ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਫੈਸਰ ਪੂਰਨ ਸਿੰਘ ਜੀ ਦੀ ਇੱਕ ਅਮੋਲਕ ਲਿਖਤ ਹੈ ਚੁੱਪ ਦਾਤਾਂ। ਉਸ ਦਾ ਅਗਲਾ ਹਿੱਸਾ ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਸ਼੍ਰੀ ਰਾਮ ਚੰਦਰ ਜੀ ਇੱਕ ਸਹਿਜ ਦੇ ਸਾਦੇ ਜਿਹੇ ਮਨੁੱਖ ਤੇ ਇਹੋ ਹੀ ਉਹਨਾਂ ਦਾ ਜਾਤੀ ਗੁਣ। ਤੇ ਰਾਵਣ ਪਹਾੜ ਜਿਹਾ ਵੱਡਾ, ਹਰ ਗਲੀ ਵੱਡਾ ਤੇ ਆਦਮੀ ਤੰਗ ਪੈ ਜਾਂਦਾ ਹੈ। ਛੋਟਾ ਕਿਧਰੋਂ ਵੀ ਨਾ, ਜਿੱਧਰ ਤੱਕੋ ਉੱਚਾ। ਇੰਦਰ ਨੂੰ ਬੰਨ ਲੈਣ ਵਾਲਾ ਤੇ ਮੌਤ ਨੂੰ ਪਲੰਗ ਦੇ ਪਾਵੇ ਨਾਲ ਬੰਨ ਲੈਣ ਵਾਲਾ, ਮੰਤਰੀ ਜੰਤਰੀ ਤੰਤਰੀ ਪੰਡਤ ਵੇਦਾਂ ਦਾ ਉਲੱਥਾ ਕਰਨ ਵਾਲਾ, ਜੱਗਾਂ ਨਾਲ ਸਿੱਧੀਆਂ ਰਿਧੀਆਂ ਦਾ ਮਾਲਕ, ਇੱਕ ਡਾਢੀ ਧੂਆਂ ਧਾਰ ਵਡਿਆਈ ਹੈ। ਤੇ ਰਾਮਚੰਦਰ ਜੀ ਕਦੀ ਕਦੀ ਇੰਨੇ ਨਿਰਬਲ ਸਧਾਰਨ ਮਨੁੱਖ ਜਿਹੜੇ ਛੁਪ ਕੇ ਬਾਲੀ ਨੂੰ ਬਾਣ ਮਾਰਨ, ਸੀਤਾ ਲਛਮਣ ਨਾਲ ਲੜ ਪਏ ਤੇ ਕਠੋਰ ਮਿਹਣੇ ਦੇਵੇ ਤੇ ਫਿਰ ਦੋਵੇਂ ਭਰਾ ਸੀਤਾ ਨੂੰ ਢੂੰਡਦੇ ਹੁੰਦੇ ਹਨ ਤੇ ਲਛਮਣ ਲੰਕਾ ਵਿੱਚ ਮੂਰਛਾ ਹੋਵੇ ਤਾਂ ਹਨੂਮਾਨ ਵੈਦ ਚੁੱਕ ਲਿਆਵੇ ਤੇ ਦਵਾਈਆਂ ਨਾਲ ਅਰੋਗ ਕਰਨ। ਪਰ ਦੇਖੋ, ਇੱਕ ਹਿੰਦੂ ਰਸਾਲੇ ਵਿੱਚ ਉਸ ਰਾਮ ਰੱਬ ਦੇ ਫਕੀਰ ਦੀ ਚੁੱਪ ਦਾਤ ਤੋਂ ਵਰਸਾਏ ਵਿਭੀਸ਼ਣ ਨੂੰ ਗਾਲੀਆਂ ਲਿਖੀਆਂ ਸਨ। ਮਾਨੋ ਇਹਨਾਂ ਅਕਲੀ ਟਪਾਲੀਆਂ ਨੂੰ ਰਾਵਣ ਭਾ ਗਿਆ ਜੇ ਤੇ ਰਾਮ ਰੱਬ ਦਾ ਬੰਦਾ ਬੁਰਾ ਲੱਗਾ ਜੇ। ਫਿਰ ਮੈਂ ਕਿਸੇ ਮੂੰਹੋਂ ਸੁਣਿਆ, ਮੈਂ ਰਾਮਚੰਦਰ ਜੀ ਨੂੰ ਰਾਵਣ ਥੀ ਉੱਚਾ ਸਮਝਦਾ ਹਾਂ। ਉਹਨਾਂ ਆਪਣੀ ਸੀਤਾ ਨੂੰ ਘਰੋਂ ਬਾਹਰ ਕੱਢ ਦਿੱਤਾ। ਹਾਂ ਭਾਈ, ਸ੍ਰੀ ਰਾਮਚੰਦਰ ਜਿਹਾ ਪਤੀ ਤੇ ਸੀਤਾ ਜਿਹੀ ਪ੍ਰੀਤ ਵਿੱਚ ਬੇਹਸਤੀ ਸੀਤਾ ਤੇ ਦੇਖ ਉਹ ਸਮਝ ਤੇ ਪਰੇ ਹੋਣ ਦੀ ਚਾਲ ਵਿਦਨਾ ਦਾ ਕਾਰਨ। ਇਹ ਉਹ ਮਾਮਲਾ ਹੈ ਜਿਹੜਾ ਮੈਂ ਤੂੰ ਨਹੀਂ ਸਮਝ ਸਕਾਂਗੇ। ਦਸ਼ਰਥ ਜਿਹਾ ਪ੍ਰੇਮੀ ਪਿਤਾ ਤੇ ਰਾਮਚੰਦਰ ਜਿਹਾ ਪਿਆਰਾ ਪੁੱਤਰ ਤੇ ਦੇਸ਼ ਨਿਕਾਲਾ, ਇਹ ਉਹ ਗੁਪਤ ਭੇਦ ਹਨ ਜਿਹੜੇ ਬਸ ਇੱਕ ਸੋਹਣੀ ਕਲਪਨਾ ਵਿੱਚ ਆਸ਼ਕਦੇ ਹਨ ਕਿ ਇਹਨਾਂ ਚੀਜ਼ਾਂ ਦੇ ਫੈਸਲੇ ਉੱਪਰ ਅਰਸ਼ਾਂ ਤੇ ਹੁੰਦੇ ਹਨ। ਪੰਡਤ ਰਾਵਣ ਨੂੰ ਰਾਖਸ਼ ਕਿਉਂ ਆਖੀਏ? ਕਲਾਵਾਨ ਰਾਵਣ ਜਿਹੜਾ ਧੁੱਪ ਤੇ ਹਵਾ ਹੀ ਕੰਮ ਲੈਂਦਾ ਸੀ, ਉਹਨੂੰ ਅਗਿਆਨੀ ਕਿਉਂ ਆਖਿਆ? ਇਹ ਲਿਖਣ ਵਾਲੇ ਲੇਖਕਾਂ ਦੇ ਕਸੂਰ ਹਨ। ਚੰਗਾ ਭਾਈ, ਦਿਓ ਬਾਲਮੀਕ ਜੇ ਲਿਖਾਰੀ ਨੂੰ ਇਹ ਪੱਖਪਾਤ ਦਾ ਇਲਜ਼ਾਮ, ਪਰ ਅਸਲ ਨੂੰ ਕੌਣ ਦੱਸੇ? ਉਪਨਿਸ਼ਦਾਂ ਵਿੱਚ ਲਿਖਿਆ ਹੈ ਕਿ ਵਿਦਿਆ ਔਰ ਅਵਿਦਿਆ ਦੋਹਾਂ ਥੀ ਪਰੇ ਗਿਆਨ ਹੈ। ਠੀਕ ਰਾਵਣ ਆਪਣੀ ਪੰਡਤਾਈ, ਉਚਿਆਈ, ਵਡਿਆਈ ਤੇ ਹਰ ਤਰ੍ਹਾਂ ਦੀ ਵਡਿਆਈ ਹੁੰਦਿਆਂ ਵੀ ਨੀਵਾਂ ਸੀ, ਕਿਉਂਕਿ ਵਿਦਵਾਨ ਸੀ, ਗਿਆਨਵਾਨ ਨਹੀਂ ਸੀ। ਉਹਨੂੰ ਨਾਮਦਾਤ ਦੀ ਖਬਰ ਨਹੀਂ ਸੀ। ਸ੍ਰੀ ਰਾਮਚੰਦਰ ਜੀ ਨਾਮਦਾਤ ਦੇ ਫਕੀਰ ਸਨ। ਭੀਲਣੀ ਬ੍ਰਾਹਮਣਾ ਥੀ ਉੱਚਾ ਦਰਜਾ ਪਾ ਗਈ। ਸ੍ਰੀ ਰਾਮਚੰਦਰ ਸਾਈਂ ਲੋਕ ਨੇ ਭੀਲਣੀ ਦੇ ਪੈਰ ਧੋ ਕੇ ਕਰਮ ਕਾਂਡੀਆਂ ਦੇ ਪੀਣ ਵਾਲੇ ਜਲ ਦੇ ਤਲਾਬ ਵਿੱਚ ਪਾ ਕੇ ਉਸ ਜਲ ਨੂੰ ਪਵਿੱਤਰ ਕਰਨਾ ਤੇ ਹਾਂਜੀ, ਉਸ ਕਰਮ ਕਾਂਡ ਦੇ ਅੱਡੇ ਉੱਤੇ ਚੰਡਾਲ ਨੂੰ ਸਭ ਤੋਂ ਉੱਚਾ ਦਰਜਾ ਦੇਣਾ, ਇਹ ਨਿੱਕਾ ਜਿਹਾ ਕੰਮ ਹੈ, ਪਰ ਹਰੀ ਜਨ ਦਾ ਹੀ ਕੰਮ ਹੈ। ਅਮੋਲਕ ਕਰਾਮਾਤ ਹੈ, ਸਹਿਜ ਬਲ ਦੀ ਆਲੀਸ਼ਾਨ ਮਿਸਾਲ ਹੈ। ਹਨੂਮਾਨ ਜੇ ਬੰਦਰ ਵਿੱਚ ਉਹ ਸੱਚੀ ਦ੍ਰਿਸ਼ਟੀ ਦਾ ਕਮਾਲ ਭਰਨਾ ਜਿਹੜੀ ਲਾਲਾਂ ਦੇ ਹਾਰਾਂ ਨੂੰ ਤੋੜ ਬ੍ਰਾਹਮਣੀ ਤੋੜ ਦੇਖਦੀ ਹੈ ਕਿ ਇਸ ਵਿੱਚ ਨਾਮ ਹੈ ਕਿ ਨਹੀਂ। ਇਹ ਨਾਮਦਾਤ ਦੇ ਰੱਬੀ ਬੰਦੇ ਦੇ ਸਹਿਜ ਦੇ ਕਮਾਲ ਦਰਜੇ ਦੀ ਸਾਧਾਰਨ ਕਰਾਮਾਤ ਜਿਵੇਂ ਕਾਰਲਾਈਲ ਕਰੇਗਾ ਕਿ ਉੱਚੀ ਕਰਨੀ ਹੈ। ਉਹ ਈਮਾਨ ਵਾਲਿਓ, ਰਾਵਣ ਬੜਾ ਵਿਦਵਾਨ ਸੀ, ਪਰ ਇਹ ਅਰਸ਼ਾਂ ਦੀ ਕਣੀ ਦਾ ਮਾਲਕ ਨਹੀਂ ਸੀ। ਕਿਨਕਾ ਇੱਕ ਜਿਸ ਜੀ ਬਸਾਵੇ ਤਾਂ ਕਿ ਮਹਿਮਾ ਗਣੀ ਨਾ ਆਵੇ ਤੋਂ ਖਾਲੀ ਸੀ। ਰਾਮਾਇਣ ਪ੍ਰਿਥਵੀ ਉੱਤੇ ਬਸ ਉੱਥੇ ਸਮਾਪਤ ਤਾਂ ਨਹੀਂ ਹੋਇਆ ਜਿੱਥੇ ਬਾਲਮੀਕ ਨੇ ਛੱਡਿਆ। ਹਾਂ, ਸਾਡੀਆਂ ਅੱਖਾਂ ਲਈ ਬਸ ਇਤਨਾ ਹੀ। ਸੰਦਲ ਨੂੰ ਕੁੱਟਣ ਨਾਲ ਵੀ ਖੁਸ਼ਬੂ ਆਉਂਦੀ ਹੈ, ਨਾਮ ਵਾਲੇ ਨਾਲ ਵੈਰ ਕਰਨ ਨਾਲ ਵੀ ਉੱਥੋਂ ਖੁਸ਼ਬੂ ਹੀ ਨਿਕਲਦੀ ਹੈ। ਜਿਵੇਂ ਫੁੱਲਾਂ ਦੀ ਚੁੱਪ ਦਾਤ ਹਸੀ ਤੇ ਖੁਸ਼ਬੂ ਥੀ ਅੱਡ ਹੋਰ ਕੋਈ ਭੇਟਾ ਹੋ ਨਹੀਂ ਸਕਦੀ, ਇਉਂ ਨਾਮ ਵਾਲੀ ਥੀ ਸਿਵਾਏ ਚੁੱਪ ਦਾਤਾਂ ਦੇ ਕੁਛ ਨਹੀਂ ਆ ਸਕਦਾ। ਰਾਮਚੰਦਰ ਦੇ ਤੀਰਾਂ ਲੰਕਾ ਵਾਲਿਆਂ ਨੂੰ ਵਿਨਿਆ ਜ਼ਰੂਰ, ਪਰ ਅਰਸ਼ਾਂ ਉੱਤੇ ਉਹ ਇੱਕ ਇੱਕ ਤੀਰ ਇੱਕ ਇੱਕ ਕਣੀ ਨਾਮ ਦੀ ਹੋ ਕੇ ਉਹਨਾਂ ਨੂੰ ਸੁਰਜੀਤ ਕਰਕੇ ਚੰਗਾ ਕੀਤਾ।
ਵੱਡਪਣਾ ਕਿਸ ਕੰਮ, ਚੰਗਪੁਣਾ ਚੰਗਾ ਹੈ, ਪਰ ਸਹਿਜ ਅਵਸਥਾ ਦੇ ਨੇੜੇ ਹੈ, ਪਰ ਵੱਡਪਣਾ ਹਾਲੇ ਬਹੁਤ ਦੂਰ ਹੈ। ਇਉਂ ਭਾਈ ਮੈਂ ਕਿਹਾ, ਸਾਈਂ ਵਾਲਿਓ, ਗੁਰੂ ਵਾਲਿਓ, ਰਾਮਚੰਦਰ ਚੁੱਪ ਦਾਤਾਂ ਦੇ ਸਾਈਂ ਦਾ ਬੰਦਾ ਜੇ, ਤੇ ਰਾਵਣ ਹਾਲੇ ਲੱਕੜਾਂ ਦਾ ਉਹ ਅਡੰਬਰ ਸੀ ਜਿਹਨੂੰ ਬਿਜਲੀ ਪੈਣੀ ਸੀ। ਬਿਜਲੀ ਉਸ ਰਾਮਚੰਦਰ ਦੇ ਨਿੱਕੇ ਜਿਹੇ ਦਿਲ ਵਿੱਚੋਂ, ਜਿਹੜਾ ਇਸਤਰੀ ਵਿਯੋਗ ਵਿੱਚ, ਭਰਾ ਵਿਯੋਗ ਵਿੱਚ ਤੇ ਮਿੱਤਰ ਵਿਛੋੜੇ ਵਿੱਚ ਅਥਰੂ ਕੇਰਦਾ ਹੈ, ਉਸ ਇਨਸਾਨੀ ਦਿਲ ਵਿੱਚੋਂ ਬਿਜਲੀ ਨਿਕਲੀ। ਸੋਨੇ ਦੀ ਲੰਕਾ ਤੇ ਉਸ ਦਾ ਸੋਨਾ ਤਾਂ ਭਸਮ ਹੋਇਆ, ਪਰ ਸੋਨੇ ਦੀ ਭਸਮ ਨੇ ਇੱਕ ਇੱਕ ਰਾਖਸ਼ ਨੂੰ ਜੀਵਨ ਗੁੜਤੀ ਤੇ ਦੇਵਤਾ ਬਣਾਇਆ। ਬਾਲੀ ਨੂੰ ਛੁਪ ਕੇ ਬਾਣ ਮਾਰਿਆ, ਇੱਕ ਡਰ ਜਿਹਾ ਦੀਦਾ ਹੈ, ਪਰ ਜਿਸ ਵੇਲੇ ਬਾਲੀ ਅਰਜ਼ ਕਰਦਾ ਹੈ, ਧਰਮ ਹੇਤ ਅਵਤਰਿਓ ਗੁਸਾਈ, ਮਾਰਿਓ ਮੋਹੇ ਫੰਦਕੀ ਨਿਆਈ, ਮੈਂ ਬੈਰੀ ਸੁਗਰੀਵ ਪਿਆਰਾ, ਅਵਗਣ ਕਵਨ ਨਾਥ ਮੋਏ ਮਾਰਾ, ਤੇ ਕੁਛ ਇਸ ਤਰ੍ਹਾਂ ਦੇ ਬਚਨ ਬਿਲਾਸ ਦੇ ਮਗਰੋਂ ਜਿਸ ਵੇਲੇ ਇਸ ਫਕੀਰ ਰਾਮ ਨੂੰ ਇੱਕ ਇਲਾਹੀ ਜੋਸ਼ ਆਇਆ, ਤਦ ਕੀ ਫਰਮਾਇਆ, ਅਚਲ ਕਰੂੰ ਤੋਹੇ ਰਾਖੂੰ ਪ੍ਰਾਨ। ਕੀ ਤੈਨੂੰ ਹੁਣ ਅਰੋਗ ਕਰ ਦਿਆਂ? ਤਾਂ ਸੁਗਰੀਵ ਨੇ ਐਸੇ ਵਾਕ ਕਹੇ ਜਿਨ੍ਹਾਂ ਦਾ ਭਾਵ ਇਹ ਹੈ ਕਿ ਨਹੀਂ, ਤੇਰੇ ਹੱਥੋਂ ਮਰਨਾ ਵੀ ਰਸਦਾਇਕ ਹੈ। ਫਿਰ ਮੌਤ ਖਬਰੇ ਕਿਸ ਦੇ ਹੱਥੋਂ ਆਵੇ? ਅੱਜ ਤਾਂ ਰੱਬ ਦਾ ਭਜਨ ਕਰਨ ਵਾਲੇ ਹੱਥਾਂ ਤੋਂ ਮੌਤ ਆਈ ਹੈ। ਮੇਰੇ ਧੰਨ ਭਾਗ ਹਨ। ਬਸ ਇੱਥੇ ਇਸ ਨਜ਼ਾਰੇ ਵਿੱਚ ਉਹ ਨੈਣਾ ਥੀ ਨੈਣਾ ਚੁੱਪ ਦਾਤ ਨਾਮ ਦੀ ਬਖਸ਼ੀ ਗਈ। ਭਾਈ ਖਾਲਸਾ ਵੀਰੋ, ਬੰਗਾਲੀਆਂ ਦੇ ਆਖੇ ਨਾ ਲੱਗਣਾ। ਤੀਰ ਕਮਾਨ ਵੇਖ ਕੇ ਘਾਬਰ ਜਾਂਦੇ ਹਨ। ਘੱਟੋ ਘੱਟੀ ਤੀਰ ਕਮਾਨ ਵਾਲਿਆਂ ਦਾ ਕਿਸੇ ਸੋਹਣੇ ਤੀਰ ਕਮਾਨ ਵਾਲੇ ਦੇ ਨਾਮ ਦੀ ਖਾਤਰ ਭੁਲੇਖਾ ਨਾ ਖਾਇਆ ਕਰੋ। ਕਲਗੀਆਂ ਵਾਲੇ ਦੇ ਹੱਥ ਤੀਰ ਕਮਾਨ ਵੇਖ ਕੇ ਨਾ ਟਪਲਾ ਖਾ ਜਾਣਾ। ਉਹਨਾਂ ਦੇ ਤੀਰ ਮੌਤ ਦੇ ਘੁੱਟ ਨਹੀਂ, ਪਰ ਅਮਰ ਜੀਵਨ ਤੇ ਸਰਬਤ ਪਿਆਲੇ ਹਨ। ਉਹ ਸੋਹਣੇ ਨਾਮ ਦਾਤਾ ਜੀ ਦਾ ਰੂਪ ਜੇ। ਹਾਂ, ਉਸੇ ਦਿਲ ਦਾ ਟੁਕੜਾ ਜੇ ਜਿਹੜਾ ਹੋਰ ਕਿਸੇ ਥਾਂ ਜੰਗ ਵਿੱਚ ਇੱਕ ਜ਼ਖਮੀ ਗੁਲਾਮ ਸਿੱਖ ਭਰਾ ਦੇ ਬੱਚੇ ਨੂੰ ਗੋਦ ਵਿੱਚ ਲੈ ਕੇ ਇਹੋ ਜਿਹੇ ਸ਼ਬਦ ਕਹਿੰਦਾ ਹੈ, ਮੰਗ ਜੋ ਮੰਗਣਾ ਈ, ਆਖੇ ਤਾਂ ਅਚਲ ਕਰਾਂ, ਆਖੇ ਤਾਂ ਪ੍ਰਾਨ ਦੇਵਾਂ, ਜੋ ਆਖੇ ਸੋ ਕਰਾਂ। ਰੰਗਰੇਟੇ ਗੁਰੂ ਕੇ ਬੇਟੇ ਕਹਿਣ ਵਾਲੇ, ਹੋਠਾਂ ਜੇ ਮਤੇ ਹੋਠ ਹੋਣ ਉਹ ਜ਼ਰਾ ਨੀਝ ਲਾ ਕੇ ਤਾਂ ਤੱਕੋ, ਉਹ ਮਤੇ ਉਹ ਹੋਵੇ ਤੇ ਅਸੀਂ ਭੁਲੇਖੇ ਵਿੱਚ ਮਾਰੇ ਜਾਵੀਏ। ਪੈਂਦੇ ਖਾਂ ਮਰਨ ਲੱਗੇ ਨੂੰ ਦੋ ਖੜਕ ਧਾਰੀ ਨੇ ਕਿਹਾ, ਪੜ ਕਲਮਾ। ਪੈਂਦੇ ਖਾਂ ਨੇ ਕਿਹਾ, ਮੇਰੇ ਦੂਲੇ ਸ਼ਾਹ ਦਾ ਕਲਮਾ ਪੜਿਆ ਗਿਆ, ਤੇਰੀ ਤਲਵਾਰ ਦੀ ਮਿਸ਼ਰੀ ਮੇਰੀ ਕਲਮਾ ਹੈ। ਪੈਂਦੇ ਖਾਂ ਨੂੰ ਤਲਵਾਰ ਦੀ ਮੌਤ ਨਹੀਂ ਆਈ, ਜੀਵਨ ਹੱਥ ਲੱਗਾ ਤੇ ਉਹ ਅਮਰ ਹੋ ਗਿਆ। ਕਲਗੀਆਂ ਵਾਲੇ ਦੇ ਘਰ ਇਹ ਜਵਾਹਰਾਤ ਦੀ ਦਾਤ ਪੂਰਨ ਹੈ, ਚੁੱਪ ਦਾਤ ਬੇਅੰਤ ਹੈ। ਅਸੀਂ ਲਾਲ ਤੇ ਪੱਥਰ ਲੈਣ ਨਹੀਂ ਆਏ। ਅਸੀਂ ਉਹ ਸਾਧਾਰਨ ਮਨੁੱਖ ਹਾਂ ਜਿਹੜੇ ਹੱਸਦਿਆਂ ਦੰਦਾਂ ਦੀ ਪ੍ਰੀਤ ਦੀ ਫਤਿਹ ਗਜਾਣ ਤੇ ਵਿਦਾ ਲੈਣ ਆਏ ਹਾਂ। ਇੱਥੇ ਇਸ ਧਰਤੀ ਦਾ ਜੀਵਨ ਹੈ ਕੀ? ਬਸ ਆਏ ਤਾਂ ਫਤਿਹ ਗਜਾਈ ਤੇ ਕੰਡ ਮੋੜ ਲਈ ਤੇ ਮੂੰਹ ਮੋੜ ਕੇ ਤੱਕਿਆ, ਤੇ ਭੈਣਾਂ ਭਰਾਵਾਂ ਨੂੰ ਬਸ ਇੰਨਾ ਹੀ ਵਕਤ ਮਿਲਿਆ ਜੋ ਫਤਿਹ ਗਜਾ ਲੈਣ। ਉਹ ਵੀਰੋ, ਇੱਥੇ ਤਾਂ ਹੋਰ ਵਕਤ ਹੀ ਨਹੀਂ। ਅਸੀਂ ਤਾਂ ਇਸ ਕੋਮਲਤਾ, ਸੁਖਮ, ਖੁਸ਼ੀ, ਇਸ ਆਲੀਸ਼ਾਨ ਚਾਹ ਦੇ ਸਾਈਂ ਦੇ ਬੱਚੇ ਹਾਂ। ਤੱਕੋ ਨਾ, ਆਓ ਸਤਿਗੁਰਾਂ ਦੇ ਖਜ਼ਾਨੇ ਵੱਲ ਤੱਕੀਏ ਤੇ ਜਵਾਹਰਾਤ ਭਖਦੀ ਦਾ ਨਜ਼ਾਰਾ ਲਈ। ਭੁੜਕਦਾ ਜਿਹਾ ਪਾਠੀ ਤੇ ਕਰਮਕਾਂਡੀ, ਆਤਮਕ ਜੀਵਨ ਤੇ ਵੀ ਕੂੜੀਆਂ ਜਿਹੀਆਂ ਸਿੱਧੀਆਂ, ਮਖੌਲ ਜਿਹਾ, ਹਾਸਾ ਜਿਹਾ। ਸੱਚਾ ਤਾਂ ਇੱਕ ਰੱਬ ਦਾ ਨਾਮ ਜੇ ਤੇ ਇੱਕ ਨਾਮ ਚੁੱਪ ਦਾਤ ਜੇ। ਪਹਿਲਵਾਨੀ ਨਹੀਂ, ਬਲ ਨਹੀਂ, ਕੋਈ ਸਾਧਨਾ ਨਾਲ ਇਕੱਠਾ ਕੀਤਾ ਜੋਗ ਧਨ ਨਹੀਂ, ਇੱਕ ਚੁੱਪ ਦਾਤ ਜੇ। ਇੱਕ ਸ੍ਰਿਸ਼ਟੀ ਦਾ ਮਾਣ ਆਪਣੇ ਆਪ ਨੂੰ ਨਿਮਾਣੇ ਕਹਿਣ ਵਾਲੇ ਦਾਤਾ ਜੀ ਦੇ ਇੱਕ ਨਿਮਾਣੀ ਜਿਹੀ ਪਰ ਅਮੋਲਕ ਦਾਤ ਜੇ। ਕਲਗੀਆਂ ਵਾਲੇ ਸਾਡੇ ਸਾਈਂ ਨਿਮਾਣਾ ਪਾਨੀ ਕਰਕੇ ਵਿਚਰੇ ਹਨ। ਸਿੱਖੀ ਇੱਕ ਚੁੱਪ ਦਾਤ ਜੇ। ਸਤਿਗੁਰੂ ਦਾਤਾ ਜੇ ਤੇ ਸਤਿਗੁਰੂ ਜੀ ਦੇ ਅਨੇਕ ਰੂਪ ਜੇ, ਤੇ ਇੱਕ ਸੱਚ ਤੇ ਕੇਵਲ ਇੱਕੋ ਹੀ ਸੱਚ ਇਸ ਕੂੜੀ ਉੜਦੀ ਖੇ ਦੁਨੀਆ ਵਿੱਚ ਸੱਚ ਵਸਤੂ ਜੇ।
ਉਹ ਸਤਨਾਮ ਜੇ ਤੇ ਨਾਮ ਇੱਕ ਚੁੱਪ ਦਾਤ ਜੇ। ਤੱਕਿਆ ਜੇ ਕਿਸੇ ਵੇਲੇ ਤੀਰ ਤਲਵਾਰ ਨਾਲ ਦਿੱਤੀ ਜਾਂਦੀ ਜੇ ਜਿਵੇਂ ਪੈਂਦੇ ਹਾਂ ਨੂੰ, ਕਿਸੇ ਵੇਲੇ ਮੋਹ ਨਾਲ ਦਿੱਤੀ ਜਾਂਦੀ ਜਿਵੇਂ ਭੀਲਣੀ ਨੂੰ, ਕਿਸੇ ਵੇਲੇ ਕੋਮਲ ਭੈਣ ਭਰਾ ਦੇ ਪਿਆਰ ਨਾਲ ਜਿਵੇਂ ਬੇਬੀ ਨਾਨਕੀ ਨੂੰ, ਕਿਸੇ ਵੇਲੇ ਮਾਂ ਪੁੱਤ ਦੇ ਪਿਆਰ ਵਿੱਚ ਜਿਵੇਂ ਮਾਤਾ ਤ੍ਰਿਪਤਾ ਜੀ ਨੂੰ, ਕਿਸੇ ਵੇਲੇ ਵੈਰੀ ਨੂੰ ਜਿਵੇਂ ਸੈਦ ਹਾਂ ਨੂੰ, ਕਿਸੇ ਵੇਲੇ ਬੱਚੇ ਨੂੰ ਜਿਵੇਂ ਪ੍ਰਹਿਲਾਦ ਨੂੰ ਤੇ ਧਰੂ ਨੂੰ, ਕਿਸੇ ਵੇਲੇ ਦਾਤ ਕਿਸੇ ਵਲਵਲੇ ਦੁਆਰਾ ਤੇ ਕਿਸੇ ਵੇਲੇ ਕਿਸੇ ਵਲਵਲੇ ਦੁਆਰਾ। ਚਿੜੀ ਚੌਹਕੀ ਪੋ ਫੁੱਟੀ ਵਗਨ ਬਹੁਤ ਤਰੰਗ, ਅਚਰਜ ਰੂਪ ਸੰਤਨ ਰਚੈ ਨਾਨਕ ਨਾਮ ਮੇਰਾ। ਫਿਰ ਦੁਹਰਾ ਦੇਈ, ਸਤਿਗੁਰੂ ਜੀ ਦੇ ਅਨੇਕ ਰੂਪ ਜੇ ਤੇ ਇੱਕ ਸੱਚ ਤੇ ਕੇਵਲ ਇੱਕੋ ਹੀ ਸੱਚ ਇਸ ਕੂੜੀ ਉਡਦੀ ਖੇ ਦੁਨੀਆ ਵਿੱਚ ਸੱਚ ਵਸਤੂ ਜੇ। ਉਹ ਸਤਨਾਮ ਜੇ ਤੇ ਨਾਮ ਇੱਕ ਚੁੱਪ ਦਾਤ ਜੇ। ਤੱਕਿਆ ਜੇ ਕਿਸੇ ਵੇਲੇ ਤੀਰ ਤਲਵਾਰ ਨਾਲ ਦਿੱਤੀ ਜਾਂਦੀ ਜੇ ਜਿਵੇਂ ਪੈਂਦੇ ਹਾਂ ਨੂੰ, ਕਿਸੇ ਵੇਲੇ ਮੋਹ ਨਾਲ ਦਿੱਤੀ ਜਾਂਦੀ ਜਿਵੇਂ ਭੀਲਣੀ ਨੂੰ, ਕਿਸੇ ਵੇਲੇ ਕੋਮਲ ਭੈਣ ਭਰਾ ਦੇ ਪਿਆਰ ਨਾਲ ਜਿਵੇਂ ਬੇਬੇ ਨਾਨਕੀ ਨੂੰ, ਕਿਸੇ ਵੇਲੇ ਮਾਂ ਪੁੱਤ ਦੇ ਪਿਆਰ ਵਿੱਚ ਜਿਵੇਂ ਮਾਤਾ ਤ੍ਰਿਪਤਾ ਜੀ ਨੂੰ, ਕਿਸੇ ਵੇਲੇ ਵੈਰੀ ਨੂੰ ਜਿਵੇਂ ਸੈਦ ਹਾਂ ਨੂੰ, ਕਿਸੇ ਵੇਲੇ ਬੱਚੇ ਨੂੰ ਜਿਵੇਂ ਪ੍ਰਹਿਲਾਦ ਨੂੰ ਤੇ ਧਰੂ ਨੂੰ, ਕਿਸੇ ਵੇਲੇ ਦਾਤ ਕਿਸੇ ਵਲਵਲੇ ਦੁਆਰਾ ਤੇ ਕਿਸੇ ਵੇਲੇ ਕਿਸੇ ਵਲਵਲੇ ਦੁਆਰਾ। ਚਿੜੀ ਚੌਂਕੀ ਪੋ ਫੁੱਟੀ ਵਗਨ ਬਹੁਤ ਤਰੰਗ, ਅਚਰਜ ਰੂਪ ਸੰਤਨ ਰਚੇ ਨਾਨਕ ਨਾਮ ਮੇਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।